ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰ ਪਹੁੰਚੇ ਹੋਏ ਨੇ। ਉੱਥੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜਗਬਾਣੀ ਦੇ ਸਟੂਡੀਓ 'ਚ ਮੌਜੂਦ ਨੇ, ਜਿਹੜੇ ਕਿ ਜਲੰਧਰ ਵਿਖੇ ਪ੍ਰਚਾਰ ਕਰ ਰਹੇ ਨੇ। ਮੰਤਰੀ ਸਾਹਿਬ, ਬਹੁਤ-ਬਹੁਤ ਸਵਾਗਤ ਤੁਹਾਡਾ। ਬਹੁਤ ਧੰਨਵਾਦ ਜੀ ਤੁਹਾਡਾ। ਮੰਤਰੀ ਸਾਹਿਬ, ਕਹਿੰਦੇ ਹੁੰਦੇ ਆ ਕਿ ਬੰਦੇ ਦੇ ਕੰਨ ਬੰਦੇ ਨੂੰ ਕਦੇ ਝੂਠ ਨਹੀਂ ਬੋਲਦੇ। ਪ੍ਰਚਾਰ ਕਰਦੇ ਹੋ ਜਲੰਧਰ, ਲੱਗਦਾ ਕੀ ਹੈ ਤੁਹਾਨੂੰ? ਦੇਖੋ, ਅਸੀਂ ਪਿਛਲੇ ਕਾਫੀ ਦਿਨਾਂ ਤੋਂ, ਮੇਰੀ ਵੀ ਡਿਊਟੀ ਹੈ ਇੱਥੇ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨ ਦੀ। ਕਾਫੀ ਪਿੰਡਾਂ ਦੇ ਵਿੱਚ ਮੈਂ ਵਿਜ਼ਿਟ ਕਰਕੇ ਦੇਖਿਆ ਹੈ, ਕਾਫੀ ਜਨ ਸਭਾਵਾਂ ਨੂੰ ਵੀ ਸੰਬੋਧਨ ਕੀਤਾ ਹੈ। ਮੈਨੂੰ ਇਹ ਲੱਗ ਰਿਹਾ ਹੈ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਆਮ ਆਦਮੀ ਪ੍ਰਤੀ ਬਣ ਚੁੱਕਾ ਹੈ। ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਜੋ 1 ਸਾਲ ਦੇ ਵਿੱਚ ਕਾਰਗੁਜ਼ਾਰੀ ਦਿੱਤੀ ਹੈ, ਉਹਦੇ ਤੋਂ ਲੋਕ ਇਹ ਚੀਜ਼ ਜ਼ਰੂਰ ਐਕਸੈਪਟ ਕਰ ਰਹੇ ਨੇ ਕਿ ਪਹਿਲੇ ਸਾਲ ਦੇ ਵਿੱਚ ਸਟਾਰਟਅਪ ਬਹੁਤ ਵਧੀਆ, ਸਟਾਰਟ ਬੜਾ ਵਧੀਆ। ਕਿਉਂਕਿ ਰਾਜਨੀਤਿਕ ਪਾਰਟੀਆਂ ਨੋ ਡਾਊਟ ਪਿੱਛੇ ਆਉਂਦੀਆਂ ਰਹੀਆਂ ਨੇ, ਚੱਲਦੀਆਂ ਰਹੀਆਂ ਨੇ, ਪਰ ਇੱਕ ਪਹਿਲੇ ਸਾਲ ਦੇ ਵਿੱਚ ਹੀ ਇਸ ਤਰ੍ਹਾਂ ਦਾ ਤੇਜ਼ੀ ਨਾਲ ਕੰਮ, ਸਪੀਡ ਨਾਲ ਸ਼ੁਰੂ ਕਰ ਦੇਣਾ, ਇਹ ਕਿਸੇ ਪਾਰਟੀ ਨੇ ਕੀਤਾ ਨਹੀਂ। ਲੋਕਾਂ ਨੂੰ ਇਹ ਡਿਫਰੈਂਸ ਜਿਹੜਾ ਨਾ, ਇਹ ਲੱਗ ਰਿਹਾ। ਔਰ ਸਾਨੂੰ ਇਹ ਨਹੀਂ ਸੀਗਾ ਪਤਾ ਕਿ ਜਲੰਧਰ ਦੀ ਜ਼ਿਮਨੀ ਚੋਣ ਆ ਜਾਣੀ ਹੈ, ਕਿਉਂਕਿ ਇੱਥੇ MP ਸਾਹਿਬ ਇੱਥੋਂ ਉਹਨਾਂ ਦਾ ਦੇਹਾਂਤ ਹੋ ਗਿਆ, ਉਹਦੇ ਕਰਕੇ ਜ਼ਿਮਨੀ ਚੋਣ ਹੋਈ। ਪਿਛਲੇ ਸਾਲ 2022 ਦੇ ਵਿੱਚ ਮਾਰਚ ਦੇ ਵਿੱਚ ਸਰਕਾਰ ਬਣੀ ਸੀਗੀ, ਔਰ ਜੁਲਾਈ ਦੇ ਵਿੱਚ ਅਸੀਂ ਆਪਣੀ ਪਹਿਲੀ ਗਰੰਟੀ ਪੂਰੀ ਕਰ ਦਿੱਤੀ ਸੀਗੀ 600 ਯੂਨਿਟ ਬਿਜਲੀ ਫ੍ਰੀ ਦੇਣ ਦੀ। ਸਾਨੂੰ ਤਾਂ ਕੋਈ ਤਲਵਾਰ ਨਹੀਂ ਸੀਗੀ ਲਟਕ ਰਹੀ ਉਦੋਂ, ਸਾਨੂੰ ਕੋਈ ਨਹੀਂ ਸੀਗਾ ਕਿ ਚੋਣਾਂ ਨੇ ਬਹੁਤ ਜਲਦੀ ਹੈ। ਜੇ ਆਮ ਆਦਮੀ ਪਾਰਟੀ ਵੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਹੁੰਦੀ ਤੇ ਸਾਲ 2 ਸਾਲ 3 ਸਾਲ 4 ਸਾਲ ਲੰਘਾ ਸਕਦੀ ਸੀਗੀ, ਪਰ ਕਿਉਂਕਿ ਅਸੀਂ ਪਹਿਲਾਂ ਹੀ ਲੋਕਾਂ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਜਿਸ ਦਿਨ ਤੋਂ ਕਾਰਜਭਾਰ ਸੰਭਾਲਾਂਗੇ ਉਸ ਦਿਨ ਤੋਂ ਹੀ ਕੰਮ ਜਿਹੜਾ ਆ ਉਹ ਸ਼ੁਰੂ ਕਰ ਦਾਂਗੇ, ਔਰ ਉਹ ਅਸੀਂ ਕਰਕੇ ਦਿਖਾਇਆ। ਪਰ ਸਿਆਸੀ ਪੰਡਿਤ ਇਹ ਗੱਲ ਕਹਿੰਦੇ ਕਿ ਅੰਦਰ ਖਾਤੇ ਆਮ ਆਦਮੀ ਪਾਰਟੀ ਘਬਰਾਈ ਹੋਈ ਹੈ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਆ। ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿੱਤ ਦਿੱਤੀ ਹੈ। ਤੁਹਾਨੂੰ ਪਤਾ 117 ਦੇ ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀਗੀਆਂ, ਔਰ ਅੱਜ ਵੀ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਪਹਿਲਾਂ ਨਾਲੋਂ ਜ਼ਿਆਦਾ ਸਟਰੋਂਗ। ਪਰ ਜੇ ਲੋਕਾਂ ਦਾ ਵਿਸ਼ਵਾਸ ਹੁੰਦਾ ਫਿਰ ਤੁਸੀਂ ਸੰਗਰੂਰ ਦੀ ਇਲੈਕਸ਼ਨ ਕਿਉਂ ਹਾਰ ਗਏ? ਦੇਖੋ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਇਹ ਸੀਗਾ ਕਿ ਜਦੋਂ ਸਰਕਾਰ ਬਣੀ ਸੀਗੀ, ਅਜੇ ਇਮੀਡੀਏਟਲੀ ਅਸੀਂ ਕੁਝ ਉਸ ਮਹੀਨੇ 'ਚ ਡਿਲੀਵਰ ਵੀ ਨਹੀਂ ਕਰ ਸਕੇ ਸੀਗੇ। ਅਜੇ ਜਸਟ ਸਰਕਾਰ ਬਣੀ ਸੀਗੀ, ਅਜੇ ਲੋਕਾਂ ਦੀਆਂ ਆਸ਼ਾਵਾਂ, ਲੋਕਾਂ ਦੀਆਂ ਆਸਾਂ ਜਿਹੜੀਆਂ ਨੇ ਬਹੁਤ ਹੁੰਦੀਆਂ ਨੇ। ਪਰ ਉਸ ਤੋਂ ਬਾਅਦ ਜੇ ਜੁਲਾਈ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਜੁਲਾਈ ਦੇ ਵਿੱਚ ਬਿਜਲੀ ਜਿਹੜੀ ਆ ਉਹ ਫ੍ਰੀ ਦੇਣੀ ਸ਼ੁਰੂ ਕੀਤੀ ਸੀਗੀ। ਅੱਜ ਅਰਾਊਂਡ 29,000 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ। ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਨੇ। ਉਹ ਬਿਲਕੁਲ ਸ਼ੁਰੂਆਤ ਸੀਗੀ। ਲੋਕ ਸਮਝਦੇ ਸੀਗੇ ਕਿ ਜਿਵੇਂ ਮਤਲਬ ਸਰਕਾਰ ਬਦਲਦੀ ਹੈ ਨਾ ਤੇ ਰਾਤੋਂ ਰਾਤ ਸਾਰਾ ਕੁਝ ਬਦਲ ਜਾਂਦਾ। ਜਲੰਧਰ ਮੰਤਰੀ ਸਾਹਿਬ ਵਪਾਰੀ ਤਬਕਾ ਮੰਨਿਆ ਜਾਂਦਾ ਹੈ ਸ਼ਹਿਰ ਦੇ ਵਿੱਚ, ਖਾਸ ਤੌਰ 'ਤੇ ਇੰਡਸਟਰੀ ਮੰਨੀ ਜਾਂਦੀ ਹੈ, ਸਪੋਰਟਸ ਦੀ ਇੰਡਸਟਰੀ ਹੈ, ਟੂਲ ਦੀ ਇੰਡਸਟਰੀ ਆ, ਹਸਪੀਟਲ ਇੱਥੇ ਬਹੁਤ ਹੈਗੇ ਨੇ। ਵਪਾਰੀ ਤਬਕੇ ਦੇ ਲਈ, ਬਿਜ਼ਨਸਮੈਨ ਦੇ ਲਈ ਆਮ ਆਦਮੀ ਪਾਰਟੀ ਤੁਸੀਂ ਕਿਹੜੀ ਗੱਲ ਦੱਸ ਰਹੇ ਹੋ ਵੀ ਆਹ ਅਸੀਂ ਤੁਹਾਡੇ ਲਈ ਕੀਤਾ, ਸਾਨੂੰ ਵੋਟ ਪਾਓ? ਦੇਖੋ, ਜਿਹੜੀ ਸਾਡੀ ਵਪਾਰੀਆਂ ਵਾਸਤੇ, ਇੱਕ ਤਾਂ ਮੈਂ ਬਿਜਲੀ ਦੇ ਖੇਤਰ ਦੇ 'ਚ ਥੋੜ੍ਹੀ ਗੱਲ ਕਰੂੰਗਾ ਕਿ ਜੋ ਅਸੀਂ ਡਿਸਕਾਊਂਟ ਦੇ ਰਹੇ ਸੀਗੇ, ਸਬਸਿਡੀ ਦੇ ਰਹੇ ਸੀਗੇ, ਅਸੀਂ ਕਿਸੇ ਵੀ ਤਰ੍ਹਾਂ ਦੀ ਉਹ ਸਬਸਿਡੀ ਬੰਦ ਨਹੀਂ ਕੀਤੀ, ਉਸੇ ਤਰ੍ਹਾਂ ਉਹਨੂੰ ਜਾਰੀ ਰੱਖਿਆ। ਰਾਦਰ ਅਸੀਂ ਬਿਜਲੀ ਦੀ ਸਪਲਾਈ ਅਨਇੰਟਰਪਟਡ ਵੀ ਦਿੱਤੀ ਹੈ, ਕਿਉਂਕਿ ਬਿਜਲੀ ਸਪਲਾਈ ਪਿਛਲੇ 1 ਸਾਲ ਦੇ ਵਿੱਚ ਬਹੁਤ ਵਧੀਆ ਪੰਜਾਬ ਦੇ ਵਿੱਚ ਰਹੀ ਹੈ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਦੀ ਪੈਦਾਵਾਰ ਵੀ ਵਧੀ ਆ ਐਂਡ ਡਿਸਟਰੀਬਿਊਸ਼ਨ ਵੀ ਵਧੀਆ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ 2 ਸਰਕਾਰੀ ਥਰਮਲ ਪਲਾਂਟ ਨੇ, ਵੈਸੇ ਤਾਂ 5 ਨੇ, 3 ਪ੍ਰਾਈਵੇਟ ਨੇ, 2 ਸਾਡੇ ਕੋਲ ਸਰਕਾਰੀ ਥਰਮਲ ਪਲਾਂਟ ਨੇ, ਰੋਪੜ ਵਾਲਾ ਅਤੇ ਲਹਿਰਾ ਮੁਹੱਬਤ ਵਾਲਾ। ਅਸੀਂ 1 ਸਾਲ ਦੇ ਵਿੱਚ 101% ਵਾਧੂ ਪ੍ਰੋਡਕਸ਼ਨ ਬਿਜਲੀ ਦੀ ਉੱਥੋਂ ਕੀਤੀ ਹੈ। 101% 1 ਸਾਲ ਦੇ ਵਿੱਚ, ਮਤਲਬ 1 ਸਾਲ ਦੇ ਵਿੱਚ ਡਬਲ ਪ੍ਰੋਡਕਸ਼ਨ ਹੋ ਜੇ ਤੇ ਨੈਚੁਰਲੀ ਅਸੀਂ ਦੇਵਾਂਗੇ ਵੀ ਉਨੀ ਜ਼ਿਆਦਾ। ਪਛਵਾੜਾ ਕੋਲ ਮਾਈਨ ਸੀਗੀ ਸਾਡੀ ਝਾਰਖੰਡ ਦੇ ਵਿੱਚ, 2015 ਤੋਂ ਬੰਦ ਪਈ ਸੀਗੀ। ਅਸੀਂ ਉਹਨੂੰ ਚਾਲੂ ਕਰਵਾਇਆ, ਚਾਲੂ ਕਰਵਾ ਕੇ ਅੱਜ ਸਾਡੇ ਕੋਲ ਕੋਲਾ ਉੱਥੋਂ ਆ ਰਿਹਾ ਆ। ਸਾਡੇ ਕੋਲ ਕੋਈ ਥਰਮਲ ਪਲਾਂਟ 'ਤੇ ਕੋਲੇ ਦੀ ਕਮੀ ਨਹੀਂ। ਜਿੱਥੇ ਕਿਹਾ ਜਾਂਦਾ ਸੀਗਾ 2 ਦਿਨ ਦਾ ਕੋਲਾ ਰਹਿ ਗਿਆ, 3 ਦਿਨ ਦਾ ਰਹਿ ਗਿਆ, ਬੜੀਆਂ ਖਬਰਾਂ ਬਣਦੀਆਂ ਹੁੰਦੀਆਂ ਸੀਗੀਆਂ, ਅੱਜ ਵੀ ਅਰਾਊਂਡ 35 ਦਿਨ ਦਾ ਕੋਲਾ ਸਾਡੇ ਕੋਲ ਥਰਮਲ ਪਲਾਂਟ। ਇਸ ਮਾਮਲੇ 'ਚ ਸੈਂਟਰ ਦੀ ਸਪੋਰਟ ਕਿਵੇਂ ਆ ਤੁਹਾਨੂੰ? ਦੇਖੋ, ਸੈਂਟਰ ਦੀ ਸਪੋਰਟ ਜਿਹੜੀ ਕੋਲ ਮਾਈਨ ਦੇ ਉੱਤੇ, ਕੋਲ ਮਾਈਨ 'ਤੇ ਸਾਡੀ ਆਪਦੀ ਸੀਗੀ ਪਛਵਾੜਾ 'ਚ। ਗੱਲ ਇਹ ਆ ਕਿ ਇਹਨੂੰ ਚਲਾਇਆ ਨਹੀਂ ਸੀਗਾ ਗਿਆ, ਸੀਰੀਅਸਲੀ ਨਹੀਂ ਲਿਆ ਗਿਆ।
ਪ੍ਰਾਈਵੇਟ ਪਲਾਂਟ ਲੱਗੇ ਸੀਗੇ, ਥਰਮਲ ਪਲਾਂਟ, ਉਹਨਾਂ ਤੋਂ ਬਿਜਲੀ ਖਰੀਦਣੀ, ਸਰਕਾਰੀ ਪਲਾਂਟਾਂ ਵੱਲ ਧਿਆਨ ਨਹੀਂ ਸੀਗਾ ਹੈਗਾ। ਸਾਨੂੰ ਉੱਥੋਂ ਬਿਜਲੀ ਜਿਹੜਾ ਕੋਲਾ ਹੈ ਉਹ ਸਰਕਾਰੀ ਥਰਮਲ ਪਲਾਂਟ ਵਾਸਤੇ ਹੀ ਸਪਲਾਈ ਹੁੰਦਾ ਹੈ। ਸੋ ਅਸੀਂ ਜਦੋਂ ਇਹਨੂੰ ਆਪਣੇ ਚੀਫ ਇੰਜੀਨੀਅਰ ਉੱਥੇ ਬਿਠਾ ਦਿੱਤੇ, ਜੋ ਸਾਨੂੰ ਟੈਕਨੀਕਲ ਸਾਡੇ ਹੈਗੇ ਸੀਗੇ ਬੰਦੇ, ਅਸੀਂ ਉਹਨਾਂ ਨੂੰ ਝਾਰਖੰਡ ਭੇਜਿਆ। ਉਹਨਾਂ ਨੇ ਜਾ ਕੇ ਬਹੁਤ ਵਧੀਆ ਉੱਥੇ ਕੰਮ ਕਰਕੇ ਇਹਨੂੰ ਸ਼ੁਰੂ ਕਰਵਾਇਆ। ਔਰ ਇਹਦੇ ਵਿੱਚ ਸਾਡੇ ਕੋਲ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਇੱਕ RSR ਮੋਡ ਜਿਹੜਾ ਆ ਉਹ ਸ਼ੁਰੂ ਕੀਤਾ ਸੀਗਾ। ਚਲੋ ਧੰਨਵਾਦੀ ਆਪਾਂ ਕੇਂਦਰ ਦੇ ਸਰਕਾਰ ਦੇ ਬਿਜਲੀ ਮੰਤਰੀ ਸਾਹਿਬ ਦੇ, ਕਿ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਰਿਕੁਐਸਟ ਸੀਗੀ ਉਹਨੂੰ ਪ੍ਰਵਾਨ ਕਰਦਿਆਂ ਹੋਇਆ। ਮੰਤਰੀ ਸਾਹਿਬ ਇਹ ਧਾਰਨਾ ਵੀ ਮੰਨੀ ਜਾਂਦੀ ਹੈ, ਕਹਿੰਦੇ ਸਭ ਤੋਂ ਵੱਧ ਚੋਰੀ ਹੈ ਤਾਂ ਤੁਹਾਡੇ ਵਾਲੇ ਮਹਿਕਮੇ 'ਚ ਹੈ। ਪਾਵਰ ਸਪਲਾਈ ਜਿਹੜਾ ਮਹਿਕਮਾ ਹੈਗਾ, ਕੁੰਡੀਆਂ ਬਹੁਤ ਲੱਗਦੀਆਂ। ਈਵਨ ਕਿ ਪਿਛਲੇ ਦੌਰ 'ਚ ਕਈ ਲੀਡਰ ਤਾਂ ਇਹ ਵੀ ਕਹਿੰਦੇ ਰਹੇ ਵੀ ਕੁੰਡੀ ਕਨੈਕਸ਼ਨ ਚੱਲਦਾ ਰਹਿਣਾ ਚਾਹੀਦਾ, ਕੋਈ ਰੌਲਾ ਨਹੀਂ ਹੈ। ਹੁਣ ਬਿਜਲੀ ਚੋਰੀ ਕਿੰਨੀ ਹੋ ਰਹੀ ਹੈ, ਤੁਹਾਡੀ ਖਪਤ ਕਿੰਨੀ ਹੈ, ਤੁਹਾਨੂੰ 4 ਪੈਸੇ ਬਚਦੇ ਹੈ ਕਿ ਘਰ ਫੂਕ ਕੇ ਤਮਾਸ਼ਾ ਵੇਖ ਰਹੇ ਹੋ? ਨਹੀਂ ਦੇਖੋ, ਸਰਕਾਰ ਦੇ ਜਿਹੜੇ ਕੰਮ ਹੁੰਦੇ ਪੈਸੇ ਬਚਾਉਣ ਵਾਸਤੇ ਨਹੀਂ ਹੁੰਦੇ, ਲੋਕਾਂ ਨੂੰ ਡਿਲੀਵਰੀ ਦੇਣ ਵਾਸਤੇ ਹੁੰਦੇ ਆ ਕਿ ਤੁਸੀਂ ਡਿਲੀਵਰ ਕੀ ਕਰ ਰਹੇ ਹੋ ਜਨਤਾ ਨੂੰ। ਸਾਡੇ ਟਰਾਂਸਮਿਸ਼ਨ ਦੇ ਅਤੇ ਡਿਸਟਰੀਬਿਊਸ਼ਨ ਦੇ ਲਾਸਿਸ ਹੈ ਨੇ, ਠੀਕ ਆ। ਐਂਡ ਅਸੀਂ ਉਹਦੇ ਵਾਸਤੇ ਕਾਰਵਾਈ ਵੀ ਕਰ ਰਹੇ ਹਾਂ। ਅਸੀਂ ਇਹ ਵੀ ਕਿਹਾ ਸੀਗਾ ਕਿ ਜਿਹੜੀ ਜ਼ੀਰੋ ਟੋਲਰੈਂਸ ਕਰਪਸ਼ਨ ਪ੍ਰਤੀ ਆ, ਉਹੋ ਹੀ ਜ਼ੀਰੋ ਟੋਲਰੈਂਸ ਬਿਜਲੀ ਥੈਫਟ ਪ੍ਰਤੀ ਵੀ। ਕਿਉਂਕਿ ਹੁਣ ਤਾਂ ਤੁਸੀਂ ਫ੍ਰੀ ਦੇਤੀ, ਫਿਰ ਹੁਣ ਤਾਂ ਚੋਰੀ ਨਹੀਂ ਹੋਣੀ ਚਾਹੀਦੀ। ਹਾਂ ਬਿਲਕੁਲ, ਜਦੋਂ 600 ਯੂਨਿਟ 2 ਮਹੀਨਿਆਂ ਦਾ ਮੈਂ ਸਮਝਦਾ ਹਾਂ ਕਿ ਸਫੀਸ਼ੀਐਂਟ ਆ ਇੱਕ ਘਰ ਵਾਸਤੇ, ਬਹੁਤ ਹੁੰਦਾ। ਜੇ ਆਪਾਂ ਨਾਰਮਲ ਬੱਤੀ ਬਾਲੀਏ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਆ। ਅਤੇ ਜੇ ਇਸ ਤੋਂ ਵੀ ਇਲਾਵਾ ਜੇ ਕੋਈ ਜ਼ਿਆਦਾ ਬਾਲਦਾ ਹੈ, ਉਹ ਕਪੈਸਿਟੀ ਉਹਦੀ ਹੈਗੀ ਹੈ, ਅਤੇ ਉਹ ਬਾਲ ਲੇ, ਬਿੱਲ ਦੇ ਦੇ। ਪਰ ਫਿਰ ਵੀ ਉਹ 10% ਲੋਕ ਹੀ ਇਹੋ ਜਿਹੇ ਨਿਕਲੇ ਨੇ ਜਿਹੜਾ ਬਿੱਲ ਪੇ ਕਰਦੇ ਨੇ। ਪਰ ਜੇ 600 ਯੂਨਿਟ ਫ੍ਰੀ ਹੋਣ ਦੇ ਬਾਵਜੂਦ ਵੀ ਆਪਾਂ ਕਹੀਏ ਕਿ ਆਪਾਂ ਫੈਸਿਲਿਟੀ ਵੀ ਸਾਰੀ ਲੈਣੀ ਆ, ਆਪਾਂ ਕੁੰਡੀ ਵੀ ਪਾਉਣੀ ਆ, ਸੋ ਇਹ ਗੱਲ ਤੇ ਟੋਲਰੇਟ ਕੀਤੀ ਨਹੀਂ ਜਾ ਸਕਦੀ। ਮੇਰਾ ਖਿਆਲ ਦਰਸ਼ਕ ਵੀ ਸਾਰੇ ਮੇਰੇ ਨਾਲ ਸਹਿਮਤ ਹੋਣਗੇ ਕਿ ਜਿੰਨੀ ਕੁ ਸਾਡੀ ਲੋੜ ਆ ਉਨੀ ਕੁ ਆਪਾਂ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤੀ। ਝੋਨੇ ਦੀ ਹੁਣ ਤੁਹਾਡੀ ਤਿਆਰੀ ਕਿਵੇਂ ਹੈਗੀ ਹੈ? ਝੋਨੇ ਦੀ ਦੇਖੋ, ਪਿਛਲੇ ਸਾਲ ਵੀ ਸਾਡੀ ਸਰਕਾਰ ਨਵੀਂ ਬਣੀ ਸੀਗੀ, ਔਰ ਬੜੇ ਸਾਡੇ ਤੇ ਲੱਗਦੇ ਸੀਗੇ ਕਿ ਬਲੈਕ ਆਊਟ ਹੋ ਜਾਣਾ ਜੀ, ਬਿਜਲੀ ਦਿੱਤੀ ਨਹੀਂ ਜਾਣੀ। ਨਾਲ ਕਹਿੰਦੇ ਤੁਸੀਂ ਦੇਖੀ ਚੱਲਿਓ, ਤੁਹਾਡੀਆਂ ਪੱਖੀਆਂ ਤੇ ਤੁਹਾਡੇ ਇਨਵੇਟਰ ਦੁਬਾਰਾ ਵਿਕਣਗੇ, ਕਹਿੰਦੇ ਬਹੁਤ ਜ਼ਿਆਦਾ, ਇਹਨਾਂ ਤੋਂ ਸੰਭਲਣਾ ਨਹੀਂ। ਵਿਰੋਧੀ ਧਿਰ ਕੋਲ ਐਕਚੁਅਲੀ ਕਹਿਣ ਵਾਸਤੇ ਉਹਨਾਂ ਹੈ ਨਹੀਂ ਕੁਝ, ਕਿਉਂਕਿ ਪਿਛਲੀ ਵਾਰੀ ਵੀ ਕਹਿੰਦੇ ਸੀਗੇ ਜਦੋਂ ਪਿਛਲੇ ਸਾਲ ਸਰਕਾਰ ਬਣੀ ਸੀਗੀ, ਇੱਕਦਮ ਤੁਹਾਨੂੰ ਪਤਾ ਬਿਜਲੀ ਵੀ ਗਰਮੀ ਵੀ ਕਾਫੀ ਵੱਧ ਗਈ ਸੀਗੀ, ਨਾਲ ਹੀ ਪੈਡੀ ਦਾ ਸੀਜ਼ਨ ਆ ਗਿਆ ਸੀਗਾ। ਪਰ ਅਸੀਂ ਉਸ ਵੇਲੇ ਵੀ, ਅੱਜ ਪੰਜਾਬ ਦੇ ਲੋਕ ਮਾਨ ਸਾਹਿਬ ਦੇ ਪਿਛਲੇ 1 ਸਾਲ ਦੀ ਬਿਜਲੀ ਜੋ ਦਿੱਤੀ ਗਈ ਆ ਉਹਨੂੰ ਅੱਜ ਵੀ ਯਾਦ ਕਰਦੇ ਨੇ। ਅੱਜ ਵੀ ਤੁਸੀਂ ਮਤਲਬ ਮੇਰੇ 'ਤੇ ਨਾ ਵਿਸ਼ਵਾਸ ਕਰਦੇ ਹੋਏ ਤੁਸੀਂ ਆਮ ਜਨਤਾ ਤੋਂ ਪੁੱਛ ਕੇ ਦੇਖੋ, ਪਿੰਡਾਂ ਦੇ ਵਿੱਚ ਜਾਂਦੇ ਅਸੀਂ, ਕਿਸੇ ਤਰ੍ਹਾਂ ਦੀ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਬਿਜਲੀ ਦੀ ਕੋਈ ਮੁਸ਼ਕਲ ਨਹੀਂ ਆਈ। ਇੱਕ ਮੈਨੂੰ ਮਸਲਾ ਯਾਦ ਆ ਗਿਆ ਮੰਤਰੀ ਸਾਹਿਬ, ਤੁਸੀਂ ਜਦੋਂ ਆਪੋਜੀਸ਼ਨ ਦੇ ਵਿੱਚ ਸੀਗੇ, ਕੈਪਟਨ ਸਾਹਿਬ ਦੀ ਸਰਕਾਰ ਸੀ, ਆਮ ਆਦਮੀ ਪਾਰਟੀ ਬਿਜਲੀ ਵਾਲਾ ਘਪਲੇ ਦਾ, ਕਥਿਤ ਤੌਰ ਤੇ ਘਪਲੇ ਦਾ ਮਸਲਾ ਸਭ ਤੋਂ ਵੱਡੇ ਪੱਧਰ ਤੇ ਲੈ ਕੇ ਆਈ ਸੀ। ਤੁਸੀਂ ਬਹੁਤ ਵੱਡੇ ਐਜੀਟੇਸ਼ਨ ਕੀਤੇ ਵੀ PPA ਸਮਝੌਤੇ ਰੱਦ ਕਰ ਦਿਓ। ਹੁਣ ਸਥਿਤੀ ਕੀ ਹੈ? ਹੁਣ ਤਾਂ ਤੁਹਾਡੇ ਕੋਲ ਕਮਾਂਡ। ਹੁਣ ਦੇਖੋ, PPA ਦੇ ਸਮਝੌਤੇ ਜਿੰਨੇ ਵੀ ਇਹਨਾਂ ਨੇ ਕੀਤੇ ਨੇ ਮਹਿੰਗੀ ਬਿਜਲੀ ਬਾਰੇ, ਅਸੀਂ ਉਹਨਾਂ ਦੇ ਉੱਤੇ ਕਾਨੂੰਨੀ ਰਾਏ ਲੈ ਰਹੇ ਹਾਂ, ਅਸੀਂ ਉਹਨਾਂ ਨੂੰ ਘੋਖ ਪੜਤਾਲ ਕਰ ਰਹੇ ਹਾਂ। ਦੇਖੋ, ਜੇ ਇਮੀਡੀਏਟਲੀ ਕੋਈ ਆਪਾਂ ਇਹੋ ਜਿਹਾ ਫੈਸਲਾ ਲੈ ਲਈਏ, ਕੱਲ੍ਹ ਨੂੰ ਕੋਰਟ ਦੇ ਵਿੱਚ ਜਾ ਕੇ ਸਰਕਾਰ ਨੂੰ ਹੋਰ ਜ਼ਿਆਦਾ ਨੁਕਸਾਨ ਹੋ ਜਾਏ। ਸਰਕਾਰ ਨੂੰ ਨੁਕਸਾਨ ਦਾ ਮਤਲਬ ਜਨਤਾ ਨੂੰ ਨੁਕਸਾਨ, ਕਿ ਅਸੀਂ ਉਹ ਬਿਜਲੀ ਲੈਣੀ ਵੀ ਬੰਦ ਕਰਤੀ ਹੈ, ਸਾਨੂੰ ਉਹਨਾਂ ਦੇ ਪੈਸੇ ਵੀ ਦੇਣੇ ਪਿਆ ਜਾਣ। ਸੋ ਅਸੀਂ ਉਹਨੂੰ ਪੂਰੀ ਤਰ੍ਹਾਂ ਲੀਗਲ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਰਾਏ ਲੈ ਰਹੇ ਹਾਂ। ਜਿਸ ਤਰ੍ਹਾਂ ਦਾ ਵੀ ਕੋਈ ਸਾਹਮਣੇ ਆਊਗਾ ਅਸੀਂ ਉਹਨੂੰ। ਵਾਪਸੀ ਮੈਂ ਹੁਣ ਜਲੰਧਰ ਤੇ ਆਉਣਾ ਹੈ, ਮੁਕਾਬਲਾ ਕਿਹੜੀ ਪਾਰਟੀ ਨਾਲ ਤੁਸੀਂ ਮੰਨਦੇ ਹੋ ਸਹੀ ਤੌਰ ਤੇ? ਦੇਖੋ, ਮੈਨੂੰ ਜੋ ਮੈਂ ਦੇਖਿਆ ਉਹਦੇ 'ਚ ਤੇ ਮੈਨੂੰ ਮੁਕਾਬਲਾ ਕੋਈ ਲੱਗ ਨਹੀਂ ਰਿਹਾ, ਕਿਉਂਕਿ ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਆ, ਕਾਂਗਰਸ ਪਾਰਟੀ ਦੀ ਓਵਰਆਲ ਸਥਿਤੀ ਨਾਟ ਓਨਲੀ ਇਨ ਪੰਜਾਬ ਜਾਂ ਜਲੰਧਰ, ਓਵਰਆਲ ਵੀ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਉਹ ਡਾਊਨ ਗਈ ਹੈ। ਲੋਕਾਂ ਦਾ ਵਿਸ਼ਵਾਸ ਟੁੱਟਿਆ, ਔਰ ਲੋਕ ਇਹ ਵੀ ਕਹਿੰਦੇ ਹਮਦਰਦੀ ਵਾਲਾ ਵੋਟ ਪੈ ਸਕਦਾ ਆਮ ਉਮੀਦਵਾਰ ਨੂੰ, ਤੁਹਾਨੂੰ ਲੱਗਦਾ? ਦੇਖੋ, ਜਦੋਂ ਕੋਈ ਪਿਤਾ ਪੁਰਖੀ ਜਾਂ ਜੱਦੀ ਪੁਸ਼ਟੀ ਸੀਟਾਂ ਦਿੱਤੀਆਂ ਜਾਣ ਨਾ, ਕਿ ਉਹ ਘਰ ਦੇ ਵਿੱਚ ਹੀ ਦੇਣੀ ਹੈ ਸੀਟ, ਉਦੋਂ ਮੈਂ ਸਮਝਦਾ ਹਾਂ ਕਿ ਹਮਦਰਦੀ ਦੀ ਵੋਟ ਨਾਲੋਂ ਸਗੋਂ ਲੋਕ ਅਗੇਂਸਟ ਜ਼ਿਆਦਾ ਹੁੰਦੇ ਨੇ। ਪਰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਵੀ ਲੋਕ ਇਸ ਗੱਲ ਤੇ ਅਗੇਂਸਟ ਹੋਣਗੇ ਵੀ ਤੁਹਾਨੂੰ ਆਪਣੀ ਦੂਜਾ ਦਰਜਾ ਲੀਡਰਸ਼ਿਪ 'ਚ ਕੋਈ ਬੰਦਾ ਹੀ ਨਹੀਂ ਮਿਲਿਆ, ਤੁਸੀਂ ਕਾਂਗਰਸ ਦਾ ਬੰਦਾ ਲਿਆ ਕੇ ਤੇ ਇਲੈਕਸ਼ਨ 'ਚ ਖੜਾ ਕਰ? ਪਰ ਦੇਖੋ, ਅਸੀਂ ਉਹ ਭਾਈ ਭਤੀਜਾ ਵਾਤ ਨਹੀਂ ਪਾਲਿਆ। ਅਸੀਂ ਇਹ ਤਾਂ ਨਹੀਂ ਆ ਕਿ ਕੋਈ ਮੰਤਰੀ ਹੋਵੇ ਜਾਂ ਉਹਦੇ ਪਰਿਵਾਰਕ ਮੈਂਬਰ ਨੂੰ ਕਿਸੇ ਨੂੰ ਟਿਕਟ ਦਿੱਤੀ ਹੋਵੇ, ਕਿਸੇ MLA ਨੂੰ, ਜਾਂ ਕਿਸੇ ਨੇ ਮਾਨ ਸਾਹਿਬ ਦੇ ਕਿਸੇ ਨੇ ਆਪਣੇ ਰਿਸ਼ਤੇਦਾਰ ਨੂੰ ਦਵਾ ਲਈ। ਅਸੀਂ ਇਹੋ ਜਿਹਾ ਕੰਮ ਨਹੀਂ ਕੀਤਾ। ਅਸੀਂ
ਅਸੀਂ ਚਾਹੁੰਦੇ ਹਾਂ ਕਿ ਭਾਗੀਦਾਰੀ ਜਿਹੜੀ ਹੈ ਨਾ ਰਾਜਨੀਤੀ ਦੇ ਵਿੱਚ ਇਹ ਡਿਫਰੈਂਟ ਪਰਿਵਾਰਾਂ 'ਚੋਂ ਹੋਣੀ ਚਾਹੀਦੀ ਹੈ, ਵੱਖਰੇ ਵੱਖਰੇ ਪਰਿਵਾਰਾਂ 'ਚੋਂ ਆਉਣੀ ਚਾਹੀਦੀ ਆ, ਤਾਂ ਕਿ ਹਰ ਪਰਿਵਾਰ ਨੂੰ ਉਹਦੇ ਵਿੱਚ ਮੌਕਾ ਮਿਲ ਸਕੇ ਕਿ ਉਹ ਆਪਣਾ ਅੱਗੇ ਜਾ ਕੇ ਰਾਜਨੀਤੀ ਦੇ ਵਿੱਚ ਕੈਰੀਅਰ ਬਣਾ ਸਕੇ। ਆਖਰੀ ਸਵਾਲ ਮੇਰਾ ਮੰਤਰੀ ਸਾਹਿਬ, ਜਲੰਧਰ ਨੂੰ ਲੈ ਕੇ ਤੁਹਾਡਾ ਪਾਰਟੀਕੂਲਰ ਮੈਨੀਫੈਸਟੋ ਕੀ ਹੈਗਾ, ਤੁਹਾਡਾ ਬਲੂਪ੍ਰਿੰਟ ਕੀ ਹੈ ਵੀ ਜੇ ਅਸੀਂ ਬਣਦੇ ਹਾਂ ਤੇ ਅਸੀਂ ਆਹ ਕਰਾਂਗੇ? ਦੇਖੋ, ਜਲੰਧਰ ਇੱਕ ਅਹਿਮ ਸ਼ਹਿਰ ਆ ਪੰਜਾਬ ਦਾ, ਤੁਹਾਨੂੰ ਪਤਾ ਹੈ ਸਪੋਰਟਸ ਇੰਡਸਟਰੀ ਐਂਡ ਦਿਲ ਆ ਪੂਰੇ ਪੰਜਾਬ ਦਾ। ਇਹਦੇ ਵਿੱਚ ਸਪੋਰਟਸ ਇੰਡਸਟਰੀ ਬਹੁਤ ਆ, ਅਸੀਂ ਉਹਨੂੰ ਪ੍ਰਮੋਟ ਕਰਨ ਵਾਸਤੇ ਪੂਰੇ ਜਿਹੜੇ ਆ ਉਹ ਨਵੀਂ ਪਾਲਿਸੀ ਜਿਹੜੀ ਆ ਉਹ ਲੈ ਕੇ ਆ ਰਹੇ ਆ। ਨਾਲ ਦੇ ਨਾਲ ਕੋਈ ਮੈਡੀਕਲ ਕਾਲਜ ਜਲੰਧਰ ਨੂੰ ਦੇਣ ਬਾਰੇ ਵਿਚਾਰ ਅਧੀਨ ਆ ਸਾਡੇ। ਸੋ ਜਲੰਧਰ ਨੂੰ ਤੁਸੀਂ ਆਦਮਪੁਰ ਵੱਲ ਨੂੰ ਦੇਖੋ ਜਾ ਕੇ, ਹਵਾਈ ਅੱਡੇ ਦਾ ਜੇ ਉਹ ਵੀ ਅਸੀਂ ਮਤਲਬ ਇਹਨੂੰ ਕਰਾਂਗੇ। ਔਰ ਜਲੰਧਰ ਜਿਹੜਾ ਆ ਇਹਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਫਾਇਦਾ ਇਹ ਆ ਕਿ ਇੱਕ ਸਾਡਾ ਹੱਬ ਆ ਪੰਜਾਬ ਦੀ, ਜਦੋਂ ਇੱਥੋਂ ਸਾਰਾ ਕੁਝ ਨਿਕਲੇਗਾ ਉਦੋਂ ਪੂਰੇ ਪੰਜਾਬ ਦੇ ਵਿੱਚ ਫ੍ਰੈਗਰੈਂਸ ਜਿਹੜੀ ਆ ਇਹਦੀ ਜਾਊਗੀ। ਸੋ ਅਸੀਂ ਇਹਨੂੰ ਪੂਰਾ ਡਿਵੈਲਪ ਕਰਾਂਗੇ। ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ, ਜਗਬਾਣੀ ਨਾਲ ਗੱਲਬਾਤ ਕਰਨ ਦੇ ਲਈ। ਬਹੁਤ ਧੰਨਵਾਦ ਜੀ, ਥੈਂਕ ਯੂ।